ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਅਸੀਂ ਪ੍ਰਵਾਸੀਆਂ ਨੂੰ ਲੈ ਕੇ। ਪ੍ਰਵਾਸੀਆਂ ਦੀ ਡਿਪੋਰਟ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਜੋ ਕਿ ਬਹੁਤ ਵੱਡੀ ਰਾਹਤ ਹੈ ਪ੍ਰਵਾਸੀਆਂ ਦੇ ਲਈ। ਦੂਸਰੀ ਗੱਲ ਅਸੀਂ ਕਰਾਂਗੇ ਜੀ ਅਮਰੀਕਾ ਦੇ ਨਾਗਰਿਕਾਂ ਦੇ ਲਈ ਅਮਰੀਕੀ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਔਰ ਇਸ ਦੇਸ਼ ਤੋਂ ਜਾਣ ਤੋਂ ਉਹਨਾਂ ਨੂੰ ਰੋਕਿਆ ਗਿਆ ਹੈ। ਅਪੀਲ ਕੀਤੀ ਗਈ ਹੈ ਕਿ ਇਸ ਦੇਸ਼ 'ਚ ਜਾਣਾ ਚਾਹੁੰਦੇ ਹਨ ਤੇ ਸੋਚ ਸਮਝ ਕੇ ਜਾਣ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕੈਨੇਡਾ ਦੀ। ਜੀ ਹਾਂ, ਕੈਨੇਡਾ ਦੇ ਵਿੱਚ ਚੋਣਾਂ ਦਾ ਸਮਾਂ ਜੋ ਹੈ ਉਹ ਨਜ਼ਦੀਕ ਆ ਰਿਹਾ ਹੈ ਔਰ ਇੱਕ ਹਫ਼ਤਾ ਹੀ ਬਾਕੀ ਹੈ ਔਰ ਇਸ ਹਫ਼ਤੇ ਦੇ ਵਿੱਚ ਚੋਣਾਂ ਜਿਹੜੀਆਂ ਮੁਕੰਮਲ ਹੋ ਜਾਣਗੀਆਂ ਔਰ ਇਸ ਵਿੱਚ ਆંકੜੇ ਹੈਰਾਨ ਕਰਨ ਵਾਲੇ ਸਾਹਮਣੇ ਆਏ ਨੇ, ਜਿਸ ਵਿੱਚ ਐਡਵਾਂਸ ਪੋਲਿੰਗ 'ਚ ਲੱਖਾਂ ਦੇ ਕਰੀਬ ਲੋਕਾਂ ਨੇ ਵੋਟ ਪਾਈ ਹੈ। ਉਸ ਤੋਂ ਬਾਅਦ ਗੱਲ ਕਰਾਂਗੇ ਜੀ ਹਾਰਵਰਡ ਯੂਨੀਵਰਸਿਟੀ ਦੀ, ਜਿੱਥੇ ਫੰਡਿੰਗ ਅਮਰੀਕੀ ਸਰਕਾਰ ਨੇ ਰੋਕ ਦਿੱਤੀ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਨੇ ਵੀ ਆਪਣੀ ਸਖਤ ਕਾਰਵਾਈ ਕੀਤੀ ਹੈ। ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਅਪਡੇਟ ਤੋਂ। ਜੀ ਹਾਂ, ਪ੍ਰਵਾਸੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਸਖਤੀ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਇਮੀਗ੍ਰੇਸ਼ਨ ਸਿਸਟਮ ਇੰਨਾ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ ਕਿ ਹੁਣ ਹਰ ਇੱਕ ਚੀਜ਼ ਦੇ ਉੱਤੇ ਸਖਤੀ ਜੋ ਹੈ ਮਹਿਸੂਸ ਹੁੰਦੀ ਹੈ, ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ। ਹਮੇਸ਼ਾ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਅਗਰ ਕੋਈ ਗ੍ਰੀਨ ਕਾਰਡ ਧਾਰਕ ਵੀ ਹੈ ਨਾ, ਤੇ ਉਹਨੂੰ ਵੀ ਅਮਰੀਕਾ ਦੇ ਵਿੱਚ ਇਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਹੀ ਪ੍ਰਵਾਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਂਦਾ, ਕਦੀ ਅਲ ਸਲਵਾਡੋਰ ਭੇਜ ਦਿੱਤਾ ਜਾਂਦਾ, ਕਦੀ ਕਿਤੇ ਭੇਜ ਦਿੱਤਾ ਜਾਂਦਾ, ਯਾਨੀ ਕਿ ਡਿਟੈਂਸ਼ਨ ਸੈਂਟਰਸ ਦੇ ਵਿੱਚ ਪ੍ਰਵਾਸੀਆਂ ਦੀ ਬੱਸਾਂ ਭੇਜੀਆਂ ਜਾਂਦੀਆਂ ਨੇ। ਉਧਰ ਦੂਸਰੇ ਪਾਸੇ ਅਦਾਲਤ ਦੇ ਵਿੱਚ ਇਹ ਫੈਸਲਾ ਚੱਲਦਾ ਹੈ। ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਹੋ ਰਹੀ ਹੈ ਔਰ ਸੁਣਵਾਈ ਦੇ ਦੌਰਾਨ ਇੱਕ ਐਸਾ ਫੈਸਲਾ ਹੁੰਦਾ ਹੈ ਜੋ ਕਿ ਬਹੁਤ ਵੱਡੀ ਰਾਹਤ ਦੇ ਰਿਹਾ ਹੈ। ਬੱਸਾਂ ਦੇ ਵਿੱਚ ਲੱਦ ਕੇ ਡਿਪੋਰਟ ਕਰਨ ਵਾਸਤੇ ਲਿਜਾਏ ਜਾ ਰਹੇ ਦਰਜਨਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾ ਦਿੱਤਾ। ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਡੈਪੋਟੇਸ਼ਨ ਦੇ ਉੱਤੇ ਯਾਨੀ ਦੇਸ਼ ਨਿਕਾਲੇ ਉੱਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮ ਆਉਂਦਿਆਂ ਹੀ ਟੈਕਸਸ ਦੇ ਐਬੇਲਿਨ ਹਵਾਈ ਅੱਡੇ ਤੇ ਪੁੱਜੀਆਂ ਬੱਸਾਂ ਨੂੰ ਡਿਟੈਂਸ਼ਨ ਸੈਂਟਰ ਤੋਂ ਵਾਪਸ ਲਿਜਾਂਦਿਆਂ ਹੋਇਆ ਦੇਖਿਆ ਗਿਆ। ਬੱਸਾਂ ਦੇ ਅੱਗੇ ਤੇ ਪਿੱਛੇ ਸੁਰੱਖਿਆ ਅਮਲੇ ਦੀਆਂ ਗੱਡੀਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਖਾਸ ਪ੍ਰਬੰਧਾਂ ਅਧੀਨ ਵਾਪਸ ਲਿਜਾਇਆ ਗਿਆ। ਜੀ ਹਾਂ, ਡਿਪੋਰਟ ਕਰਨ ਵਾਸਤੇ ਲਿਆਂਦੇ ਪ੍ਰਵਾਸੀਆਂ ਨਾਲ ਸੰਬੰਧਿਤ ਇੱਕ ਵੀਡੀਓ ਫੁਟੇਜ ਬੇहद ਵਾਇਰਲ ਹੋ ਰਹੀ ਹੈ। ਇੱਕ ਪਾਸੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਤਾਂ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪੇਚਾ ਪਾਉਣ ਵਾਲੇ ਜੱਜ ਜੇਮਸ ਬੋਸਬਰਗ ਇੱਕ ਹੋਰ ਮਾਮਲੇ ਤੇ ਸੁਣਵਾਈ ਕਰ ਰਹੇ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਬੱਸਾਂ ਹਵਾਈ ਅੱਡੇ ਵੱਲ ਰਵਾਨਾ ਹੋ ਚੁੱਕੀਆਂ ਹਨ। ਸੋ ਇਹਨਾਂ ਸੁਣਦਿਆਂ ਹੀ ਜੱਜ ਸਾਹਿਬ ਐਕਸ਼ਨ ਮੋਡ ਵਿੱਚ ਆ ਗਏ ਅਤੇ ਨਿਆਂ ਵਿਭਾਗ ਦੇ ਵਕੀਲ ਨੂੰ ਹਦਾਇਤ ਦਿੱਤੀ ਕਿ ਏਲੀਅਨਸ ਐਕਟ ਅਧੀਨ ਬਲੂ ਬੋਰਨਟ ਡਿਟੈਂਸ਼ਨ ਸੈਂਟਰ ਦਾ ਇੱਕ ਵੀ ਪ੍ਰਵਾਸੀ ਡਿਪੋਰਟ ਨਹੀਂ ਹੋਣਾ ਚਾਹੀਦਾ। ਇਸੇ ਤਰੀਕੇ ਨਾਲ ਪਹਿਲਾਂ ਵੀ ਹੋਇਆ ਸੀ ਕਿ ਅਦਾਲਤ ਵਿੱਚ ਫੈਸਲਾ ਚੱਲ ਰਿਹਾ ਸੀ, ਸੁਣਵਾਈ ਹੋ ਰਹੀ ਸੀ ਤੇ ਇਸ ਦੌਰਾਨ ਦੋ ਜਹਾਜ਼ ਜੋ ਸੀ ਪ੍ਰਵਾਸੀਆਂ ਨੂੰ ਲੈ ਕੇ ਡਿਪੋਰਟ ਕਰ ਰਹੇ ਸੀ, ਯਾਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਸੀਗੇ। ਪਰ ਉਦੋਂ ਤੱਕ ਸਮਾਂ ਬਹੁਤ ਲੰਘ ਚੁੱਕਿਆ ਸੀਗਾ। ਉਦੋਂ ਵੀ ਜੱਜ ਵੱਲੋਂ ਡੈਪੋਟੇਸ਼ਨ ਦੇ ਉੱਤੇ ਰੋਕ ਲਗਾਈ ਗਈ ਸੀ, ਪ੍ਰਵਾਸੀਆਂ ਨੂੰ ਡਿਪੋਰਟ ਕਰਨ ਉੱਤੇ ਰੋਕ ਲਗਾਈ ਗਈ ਸੀ, ਪਰ ਟਰੰਪ ਪ੍ਰਸ਼ਾਸਨ ਨੇ ਇੱਕ ਵੀ ਨਹੀਂ ਸੁਣੀ। ਯਾਨੀ ਟਰੰਪ ਨੇ ਇਸ ਚੀਜ਼ ਨੂੰ ਅਣਦੇਖਾ ਕਰ ਦਿੱਤਾ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਤੇ ਦੂਸਰੇ ਦੇਸ਼ਾਂ ਵਿੱਚ ਭੇਜ ਦਿੱਤਾ। ਇੱਕ ਵਾਰ ਫਿਰ ਤੋਂ ਇਹੀ ਚੀਜ਼ ਸਾਹਮਣੇ ਆਈ ਜਦੋਂ ਬੱਸਾਂ ਹਵਾਈ ਅੱਡੇ ਤੇ ਪੁੱਜੀਆਂ ਤਾਂ ਜੱਜ ਨੇ ਤੁਰੰਤ ਇਨ੍ਹਾਂ ਹਵਾਈ ਅੱਡੇ ਤੇ ਪੁੱਜੀਆਂ ਬੱਸਾਂ ਨੂੰ ਵਾਪਸ ਮੋੜਨ ਲਈ ਕਿਹਾ ਅਤੇ ਸਾਫ਼ ਕਹਿ ਦਿੱਤਾ ਕਿ ਬਲੂ ਬੋਟਨ ਡਿਟੈਂਸ਼ਨ ਸੈਂਟਰ ਤੋਂ ਇੱਕ ਵੀ ਪ੍ਰਵਾਸੀ ਜੋ ਹੈ ਡਿਪੋਰਟ ਨਹੀਂ ਹੋਵੇਗਾ, ਯਾਨੀ ਕਿ ਪ੍ਰਵਾਸੀਆਂ ਨੂੰ ਡਿਪੋਰਟ ਨਹੀਂ ਕੀਤਾ ਜਾਏਗਾ। ਦੂਸਰੇ ਪਾਸੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਵੱਲੋਂ ਬੱਸਾਂ ਦੇ ਪਰਤਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਬੁਲਾਰੇ ਨੇ ਸਿਰਫ ਇੰਨਾ ਹੀ ਕਿਹਾ ਕਿ ਕਾਰਜਪਾਲਿਕਾ ਤੇ ਨਿਆਂਪਾਲਿਕਾ ਦੋਹਾਂ ਦੀ ਜ਼ਿੰਮੇਵਾਰੀ ਕਾਨੂੰਨ ਦੀ ਪਾਲਣਾ ਕਰਨਾ ਹੈ, ਸੋ ਕਾਨੂੰਨ ਦੇ ਪਾਲਣ ਕਰ ਰਹੇ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਰਾਸ਼ਟਰਪਤੀ ਵੱਲੋਂ ਨਾਮਜ਼ਦ ਜੱਜਾਂ ਦੀ ਗਿਣਤੀ ਜ਼ਿਆਦਾ ਹੈ, ਪਰ ਏਲੀਅਨਸ ਐਨੀਮੀਜ਼ ਐਕਟ 1798 ਦੇ ਮੁੱਦੇ ਤੇ ਟਰੰਪ ਵੱਲੋਂ ਨਾਮਜ਼ਦ ਜਸਟਿਸ ਬ੍ਰੈਟ ਅਤੇ ਜਸਟਿਸ ਐਮੀ ਕੋਨੀ ਨੇ ਸਰਕਾਰ ਵਿਰੁੱਧ ਫੈਸਲਾ ਸੁਣਾਇਆ। ਸੋ ਸਰਵਉੱਚ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਸੈਂਕੜੇ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਦੇ ਜੇਲ੍ਹ ਵਿੱਚ ਭੇਜਿਆ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਇੱਕ ਗਲਤੀ ਦੇ ਨਾਲ ਡਿਪੋਰਟ ਹੋ ਗਿਆ ਸੀ, ਜਿਸ ਦਾ ਨਾਮ ਕਿਲਮਰ ਅਬਰੈਗੋ ਸੀ, ਜਿਸ ਦੀ ਵਾਪਸੀ ਹੋਣ ਦੀ ਹੁਣ ਕੋਈ ਉਮੀਦ ਨਹੀਂ ਹੈ। ਉਧਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਐਕਸ ਤੇ ਲਿਖਿਆ ਕਿ ਖੱਬੇ ਪੱਖੀਆਂ ਵੱਲੋਂ ਦਾਖਲ ਮੁਕੱਦਮਿਆਂ ਵਿਰੁੱਧ ਆਖਰਕਾਰ ਸਾਡੀ ਜਿੱਤ ਜ਼ਰੂਰੀ ਹੋਵੇਗੀ।
ਅਮਰੀਕਾ ਵਿੱਚ ਇਸ ਵੇਲੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਰੱਬ ਹੀ ਰੱਖ ਹੈ, ਪਰ ਸਟੱਡੀ ਵੀਜ਼ਾ ਵਾਲਿਆਂ ਨਾਲ ਜੱਗੋ ਤੇਰਵੀ ਹੋ ਰਹੀ ਹੈ। ਔਰ ਇਸ ਤਰੀਕੇ ਦੀ ਜੱਗੋ ਤੇਰਵੀ ਹੋ ਰਹੀ ਹੈ ਕਿ ਹੁਣ ਉਹਨਾਂ ਦੀ ਮੁਸ਼ਕਲਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਈਵਨ ਕਿ ਉਹਨਾਂ ਦੀਆਂ ਵੀ ਕਿ ਜਿਨ੍ਹਾਂ ਦਾ ਕੋਈ ਉੱਥੇ ਕਸੂਰ ਨਹੀਂ ਹੈ, ਕਾਨੂੰਨੀ ਤੌਰ ਤੇ ਆਏ ਵਿਦਿਆਰਥੀਆਂ ਦੇ ਉੱਤੇ ਵੀ ਸੰਕਟ ਮੰਡਰਾ ਰਿਹਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਤਾਂ ਡੈਪੋਰਟੇਸ਼ਨ ਦੀ ਤਲਵਾਰ ਲਟਕ ਹੀ ਰਹੀ ਹੈ, ਪਰ ਜੋ ਲੋਕ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਪਹੁੰਚੇ ਨੇ ਉਹਨਾਂ ਉੱਤੇ ਵੀ ਡੈਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਈਮੇਲਸ ਪ੍ਰਾਪਤ ਹੋ ਚੁੱਕੀਆਂ ਨੇ ਜਿਸ ਵਿੱਚ ਉਹਨਾਂ ਨੂੰ ਡਿਪੋਰਟ ਹੋਣ ਦੇ ਲਈ ਕਿਹਾ ਗਿਆ ਹੈ। ਹੁਣ ਉਹਨਾਂ ਵਿਦਿਆਰਥੀਆਂ ਨੇ ਅਦਾਲਤ ਦਾ ਦਰਵਾਜ਼ਾ ਖਟਕਾਇਆ ਅਤੇ ਰਾਹਤ ਮੰਗੀ ਹੈ ਕਿ ਸਾਨੂੰ ਇਸ ਚੀਜ਼ ਤੋਂ ਰਾਹਤ ਮਿਲੇ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਐਸੇ ਨੇ ਜਿਨ੍ਹਾਂ ਦਾ ਆਖਰੀ ਸਮੈਸਟਰ ਚੱਲ ਰਿਹਾ ਹੈ, ਯਾਨੀ ਕਿ ਸਟੱਡੀ ਦਾ ਆਖਰੀ ਸਮਾਂ ਚੱਲ ਰਿਹਾ ਹੈ ਔਰ ਇਸ ਆਖਰੀ ਸਮੇਂ ਵਿੱਚ ਸਰਕਾਰ ਵੱਲੋਂ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ, ਜਿਸ ਕਰਕੇ ਉਹ ਆਪਣੀ ਡਿਗਰੀ ਹਾਸਲ ਨਹੀਂ ਕਰ ਪਾਣਗੇ। ਉਹਨਾਂ ਨੂੰ ਆਪਣੀ ਡਿਗਰੀ ਹਾਸਲ ਕਰਨ ਵਿੱਚ ਬਹੁਤ ਮੁਸ਼ਕਲਾਂ ਆ ਸਕਦੀਆਂ ਨੇ। ਕੁਝ ਉਹ ਨੇ ਜਿਨ੍ਹਾਂ ਨੂੰ ਅਗਲੇ ਮਹੀਨੇ ਯਾਨੀ ਮਈ ਵਿੱਚ ਡਿਗਰੀ ਮਿਲਣੀ ਹੈ, ਕੁਝ ਉਹ ਨੇ ਜਿਨ੍ਹਾਂ ਦਾ ਸਿਰਫ ਲਾਸਟ ਸਮੈਸਟਰ ਚੱਲ ਰਿਹਾ ਹੈ ਔਰ ਬਹੁਤ ਸਾਰੇ ਤਾਂ ਐਸੇ ਨੇ ਜਿਨ੍ਹਾਂ ਨੇ ਆਪਣੀ ਡਿਗਰੀ ਤਾਂ ਲੈ ਹਾਸਲ ਕਰ ਲਈ ਹੈ, ਜਿਨ੍ਹਾਂ ਦੀ ਹਲੇ ਸ਼ੁਰੂਆਤ ਹੋਈ ਹੈ ਨੌਕਰੀ ਦੇ ਵਿੱਚ, ਯਾਨੀ ਕਿ ਸਟੱਡੀ ਤੋਂ ਬਾਅਦ ਜਿਹੜੇ ਹਲੇ ਨੌਕਰੀ ਦੇ ਵਿੱਚ ਆਪਣੇ ਕਦਮ ਜਮਾਏ ਨੇ ਜਿਨ੍ਹਾਂ ਨੇ। ਸੋ ਉਹਨਾਂ ਸਾਰਿਆਂ ਦੇ ਲਈ ਬਹੁਤ ਵੱਡਾ ਖਤਰਾ ਹੈ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਈਮੇਲਸ ਮਿਲੀਆਂ ਨੇ ਡਿਪੋਰਟ ਹੋਣ ਦੀਆਂ। ਸੋ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖਟਕਾਇਆ ਹੈ, ਜਿਸ ਵਿੱਚ 3 ਭਾਰਤੀ ਤੇ 2 ਚੀਨੀ ਵਿਦਿਆਰਥੀ ਵੀ ਸ਼ਾਮਲ ਹੈ। ਪਰ ਹੁਣ ਇਹ ਦੇਖਣਾ ਹੋਏਗਾ ਕਿ ਅਦਾਲਤ ਇਹਨਾਂ ਦੀ ਕਿਸ ਤਰੀਕੇ ਨਾਲ ਸੁਣਵਾਈ ਕਰਦੀ ਹੈ, ਕਿ ਇਹਨਾਂ ਦੀ ਡੈਪੋਰਟੇਸ਼ਨ ਤੇ ਰੋਕ ਲੱਗਦੀ ਹੈ ਕਿ ਨਹੀਂ ਲੱਗਦੀ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਵੀ ਕਸੂਰ ਨਹੀਂ ਹੈ, ਇਹ ਬੇਕਸੂਰ ਨੇ। ਇਹਨਾਂ ਦੇ ਵੱਲੋਂ ਕਿਸੇ ਵੀ ਐਸੀ ਗਤੀਵਿਧੀ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਜੋ ਦੇਸ਼ ਦੇ ਵਿਰੁੱਧ ਹੋਵੇ। ਇਸ ਤੋਂ ਇਲਾਵਾ ਕੋਈ ਵੀ ਨਿਯਮ ਨਹੀਂ ਤੋੜਿਆ ਗਿਆ, ਕਦੀ ਵੀ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ, ਨਾ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ। ਇਸ ਦੇ ਬਾਵਜੂਦ ਵੀ ਉਹਨਾਂ ਨੂੰ ਦੇਸ਼ ਤੋਂ ਕੱਢਿਆ ਜਾ ਰਿਹਾ ਹੈ, ਜੋ ਕਿ ਬਿਲਕੁਲ ਹੀ ਗਲਤ ਹੈ। ਸੋ ਵਿਦਿਆਰਥੀਆਂ ਦੇ ਲਈ ਇਹ ਮੁਸ਼ਕਲ ਸਮਾਂ ਇਸ ਸਮੇਂ ਅਮਰੀਕਾ ਵਿੱਚ ਚੱਲ ਰਿਹਾ ਹੈ, ਜਿਸ ਕਰਕੇ ਹੁਣ ਉਹਨਾਂ ਦਾ ਵੀ ਰੱਬ ਹੀ ਰਾਖਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦਾ ਤਾਂ ਚਲੋ ਹੈ ਹੀ ਹੈ, ਪਰ ਜੋ ਵਿਦਿਆਰਥੀ ਨੇ ਉਹਨਾਂ ਦੇ ਲਈ ਹੁਣ ਇਹ ਸੰਕਟ ਭਰਿਆ ਸਮਾਂ ਹੈ, ਜਿਸ ਵਿੱਚ ਹੁਣ ਅਦਾਲਤ ਦਾ ਉਹਨਾਂ ਨੇ ਰਾਹ ਅਪਣਾਇਆ ਹੈ। ਇਸ ਅਦਾਲਤ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦਾ ਨਿਆਂ ਮਿਲਦਾ ਇਹ ਦੇਖਣਾ ਜ਼ਰੂਰ ਹੋਵੇਗਾ। ਸੋ ਇਮੀਗ੍ਰੇਸ਼ਨ ਵਾਲਿਆਂ ਨੂੰ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਦਿਆਂ ਇੱਕ ਅਜਿਹੇ ਵਿਦਿਆਰਥੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜੋ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਹਾਸਲ ਕਰ ਚੁੱਕਾ ਸੀਗਾ। ਯਾਨੀ ਕਿ ਉਸਦੀ ਪੜ੍ਹਾਈ ਵੀ ਮੁਕੰਮਲ ਹੋ ਚੁੱਕੀ ਹੈ, ਵਰਕ ਪਰਮਿਟ ਵੀ ਹਾਸਲ ਕੀਤਾ, ਫਿਰ ਵੀ ਕੁਝ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਐਸੇ ਵਿਦਿਆਰਥੀ ਨੂੰ ਡਿਪੋਰਟ ਕਰ ਦਿੱਤਾ। ਬੋਸਟਨ ਯੂਨੀਵਰਸਿਟੀ ਤੋਂ ਪੜ੍ਹਨ ਵਾਲੇ ਵਿਦਿਆਰਥੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਉਸਨੇ ਫਾਈਨਾਂਸ ਖੇਤਰ ਵਿੱਚ ਮਾਸਟਰ ਡਿਗਰੀ ਹਾਸਲ ਅਤੇ ਹੁਣ ਜਦੋਂ ਚੰਗੀ ਨੌਕਰੀ ਮਿਲ ਰਹੀ ਸੀ ਤਾਂ ਵੀਜ਼ਾ ਰੱਦ ਕਰ ਦਿੱਤਾ। ਸੋ ਐਟਲਾਂਟਾ ਦੇ ਇਮੀਗ੍ਰੇਸ਼ਨ ਅਟਾਰਨੀ ਚਾਰਲਸ ਨੇ ਤਕਰੀਬਨ 150 ਕੌਮਾਂਤਰੀ ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਸਨ, ਜਿਨ੍ਹਾਂ ਦਾ ਵੀਜ਼ਾ ਬਗੈਰ ਕਿਸੇ ਠੋਸ ਕਾਰਨ ਤੋਂ ਰੱਦ ਕੀਤਾ ਗਿਆ। ਚਾਰਲਸ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਅਤੇ ਐਨਫੋਰਸਮੈਂਟ ਵਾਲੇ ਸੰਭਾਵਤ ਤੌਰ ਤੇ ਬੇਕਾਬੂ ਹੋ ਚੁੱਕੇ ਹਨ। ਦੱਸ ਦਈਏ ਕਿ ਪਿਛਲੇ ਦਿਨੀ ਸਾਹਮਣੇ ਆਈ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਵੱਲੋਂ ਰੱਦ ਸਟੱਡੀ ਵੀਜ਼ਿਆਂ ਵਿੱਚੋਂ ਅੱਧੇ ਭਾਰਤੀਆਂ ਨਾਲ ਸੰਬੰਧਿਤ ਹਨ। ਇਸ ਦੀ ਗਿਣਤੀ 50% ਦੱਸੀ ਗਈ ਸੀ, ਯਾਨੀ ਕਿ ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਗਏ ਸੀ 50% ਉਸ ਵਿੱਚ ਭਾਰਤੀ ਸ਼ਾਮਲ ਸੀ, ਜਦਕਿ 14% ਜੋ ਸੀ ਚੀਨੀ ਲੋਕ ਸ਼ਾਮਲ ਸੀਗੇ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਇਸ ਵੇਲੇ ਅਮਰੀਕਾ ਵਿੱਚ ਬਹੁਤ ਜ਼ਿਆਦਾ ਹੈ ਔਰ ਇਸ ਜ਼ਿਆਦਾ ਦੀ ਗਿਣਤੀ ਵਿੱਚ ਇੰਨੀ ਜ਼ਿਆਦਾ ਵੀਜ਼ੇ ਰੱਦ ਹੋਣੇ ਬਹੁਤ ਹੀ ਚਿੰਤਾਜਨਕ ਹੈ। ਸਟੱਡੀ ਵੀਜ਼ਾ ਰੱਦ ਕਰਨ ਦਾ ਸਿਲਸਿਲਾ ਫਲਸਤੀਨ ਦੇ ਮੁੱਦੇ ਤੋਂ ਸ਼ੁਰੂ ਹੋਇਆ ਸੀ, ਪਰ ਇਹ ਮੁੱਦਾ ਹੁਣ ਹਰ ਵਿਦਿਆਰਥੀ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਖਾਸ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਇੱਕ ਦੇਸ਼ ਲਈ ਜਾਰੀ ਕੀਤੀ ਹੈ ਜਿਸ ਦਾ ਨਾਮ ਹੈ ਬੰਗਲਾਦੇਸ਼। ਸੋ ਬੰਗਲਾਦੇਸ਼ ਲਈ ਅਮਰੀਕੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅਗਰ ਉਹ ਬੰਗਲਾਦੇਸ਼ ਜਾਣਾ ਚਾਹੁੰਦੇ ਨੇ ਤੇ ਬਹੁਤ ਸੋਚ ਸਮਝ ਕੇ ਜਾਣ, ਵਿਚਾਰ ਕਰਕੇ ਜਾਣ, ਕਿਉਂਕਿ ਬੰਗਲਾਦੇਸ਼ ਵਿੱਚ ਇਸ ਸਮੇਂ ਹਾਲਾਤ ਬਿਲਕੁਲ ਠੀਕ ਨਹੀਂ ਹੈ, ਜਿਸ ਕਰਕੇ ਅਮਰੀਕਨਸ ਨੂੰ ਉੱਥੇ ਵੀ ਕਿਸੇ ਨਾ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇੱਕ ਯਾਤਰਾ ਸਲਾਹ ਦੁਬਾਰਾ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਅਧੀਨ ਦੇਸ਼ ਵਿੱਚ ਸਿਵਲ ਅਸ਼ਾਂਤੀ, ਅਪਰਾਧ ਅਤੇ ਅੱਤਵਾਦ ਕਾਰਨ ਉਹਨਾਂ ਨੂੰ ਬੰਗਲਾਦੇਸ਼ ਦੀ ਯਾਤਰਾ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਜਾਰੀ ਯਾਤਰਾ ਸਲਾਹ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਵਿੱਚ ਅੱਤਵਾਦੀ ਹਮਲੇ ਅਤੇ ਹੋਰ ਗਤੀਵਿਧੀਆਂ ਸਮੇਤ ਅੱਤਵਾਦੀ ਹਿੰਸਾ ਦਾ ਵੀ ਖਤਰਾ ਹੈ, ਜਿਸ ਕਰਕੇ ਉੱਥੇ ਮੌਜੂਦ ਕੋਈ ਵੀ ਅਮਰੀਕਨ ਨੂੰ ਉੱਥੇ ਦਿੱਕਤ ਆ ਸਕਦੀ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਵੇਲੇ ਉੱਥੇ ਹਾਲਾਤ ਬਿਲਕੁਲ ਠੀਕ ਨਹੀਂ ਹੈ। ਹਿੰਸਾ ਜਿਹੜੀ ਹੈ ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈ ਬੰਗਲਾਦੇਸ਼ ਦੇ ਵਿੱਚ। ਸਲਾਹ ਦੇ ਵਿੱਚ ਨਾਗਰਿਕਾਂ ਨੂੰ ਫਿਰਕੂ ਹਿੰਸਾ, ਅਪਰਾਧ, ਅੱਤਵਾਦ
ਅਗਵਾ ਅਤੇ ਹੋਰ ਸੁਰੱਖਿਆ ਜੋਖਮਾਂ ਕਾਰਨ ਖਗਰਾਚੜੀ, ਰੰਗਾਮਤੀ ਅਤੇ ਬੰਦਰਬਨ ਪਹਾੜੀ ਖੇਤਰਾਂ ਦੇ ਜ਼ਿਲ੍ਹਿਆਂ ਜੋ ਸਮੂਹਿਕ ਤੌਰ ਤੇ ਚੰਟਗਾਂਵ ਪਹਾੜੀ ਖੇਤਰਾਂ ਵਜੋਂ ਜਾਣਿਆ ਜਾਂਦਾ ਹੈ, ਉਸਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇੱਥੇ ਉਹਨਾਂ ਨੂੰ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ। ਇਸ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਨ੍ਹਾਂ ਖੇਤਰਾਂ ਦੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਬੰਗਲਾਦੇਸ਼ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਜਨਤਕ ਸੁਰੱਖਿਆ ਦਫ਼ਤਰ ਤੋਂ ਪਹਿਲਾਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਸੋ ਜੋਖਮਾਂ ਕਾਰਨ ਬੰਗਲਾਦੇਸ਼ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਖੇਤਰ ਵਿੱਚ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਦਾ ਕੋਈ ਖਤਰਾ ਨਾ ਹੋ ਸਕੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਵਾਂ ਕਿ ਬੰਗਲਾਦੇਸ਼ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਸ਼ਾਮਲ ਜੋਖਮਾਂ ਦੇ ਕਾਰਨ ਡਿਪਲੋਮੈਟਿਕ ਐਨਕਲੇਵ ਤੋਂ ਬਾਹਰ ਢਾਕਾ ਦੇ ਅੰਦਰ ਗੈਰ ਜ਼ਰੂਰੀ ਯਾਤਰਾ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਢਾਕਾ ਤੋਂ ਬਾਹਰ ਯਾਤਰਾ ਕਰਨ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨਾ ਚਾਹੀਦਾ ਹੈ। ਸਲਾਹਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੋਲ ਬੰਗਲਾਦੇਸ਼ ਵਿੱਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਸੀਮਿਤ ਸਮਰੱਥਾ ਹੋ ਸਕਦੀ ਹੈ, ਖਾਸ ਕਰਕੇ ਢਾਕਾ ਤੋਂ ਬਾਹਰ। ਸੋ ਅਮਰੀਕੀ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਅਤੇ ਰਾਜਨੀਤਿਕ ਇਕੱਠਾਂ ਤੋਂ ਬਚਣ ਦੀ ਤਾਕੀਦ ਕੀਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦੀ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਇਸ ਮੁਸੀਬਤ ਦੇ ਵਿੱਚ ਨਾ ਫਸਣ ਜਿਸ ਵਿੱਚ ਹਿੰਸਾ, ਫਿਰਕੂ ਫਸਾਦ ਹੋ ਰਿਹਾ ਹੋਵੇ ਜਾਂ ਕੁਝ ਹਮਲੇ ਹੋ ਰਹੇ ਹੋਣ। ਜੀ ਹਾਂ, ਹੁਣ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਵਿੱਚ ਇਸ ਸਮੇਂ ਚੋਣਾਂ ਦਾ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਹੋ ਰਿਹਾ ਹੈ, ਚੋਣਾਂ ਦਾ ਸਮਾਂ ਚੱਲ ਰਿਹਾ ਹੈ, ਇਸ ਕਰਕੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਪ੍ਰਚਾਰ ਕੀਤੇ ਜਾ ਰਹੇ ਨੇ। ਸੋ ਹਰ ਇੱਕ ਆਗੂ ਆਪਣੀ ਆਪਣੀ ਪਾਰਟੀ ਨੂੰ ਲੈ ਕੇ ਅਲੱਗ-ਅਲੱਗ ਜਗ੍ਹਾ ਤੇ ਪ੍ਰਚਾਰ ਕਰ ਰਿਹਾ, ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਸ਼ਾਮਲ ਨੇ ਔਰ ਲਗਾਤਾਰ ਆਪਣੀਆਂ ਰੈਲੀਆਂ ਕਰ ਰਹੇ ਨੇ, ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦੇ ਵਿੱਚ ਉਹ ਦੂਸਰੀਆਂ ਪਾਰਟੀਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਵੀ ਆ ਰਹੇ ਨੇ। ਸੋ ਚੋਣ ਪ੍ਰਚਾਰ ਦਾ ਅੰਤਿਮ ਹਫਤਾ ਸ਼ੁਰੂ ਹੋ ਚੁੱਕਿਆ ਹੈ। ਇਸ ਅੰਤਿਮ ਹਫਤੇ ਵਿੱਚ ਸਾਰੇ ਆਗੂ ਆਪਣਾ ਜ਼ੋਰ ਲਗਾਉਣਗੇ ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਜੋ ਹੁਣੇ ਚੋਣਾਂ ਹੋ ਰਹੀਆਂ ਨੇ ਇਸ ਵਿੱਚ ਭਰਪੂਰ ਜਿਹੜਾ ਪਿਆਰ ਹੈ ਲੋਕਾਂ ਨੂੰ ਮਿਲ ਸਕੇ। ਸੋ ਦੋਨੋਂ ਪਾਰਟੀਆਂ ਆਪਣੇ ਵੱਲੋਂ ਪੂਰਾ ਜ਼ੋਰ ਜਾਂ ਫਿਰ ਮੈਂ ਕਹਾਂ ਪੂਰੀ ਆਪਣੀ ਤਾਕਤ ਲਗਾ ਰਹੀਆਂ ਨੇ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਸਕੇ। ਸੋ ਕੈਨੇਡਾ ਦੇ ਵਿੱਚ ਚੋਣ ਪ੍ਰਚਾਰ ਅੰਤਿਮ ਹਫਤੇ ਵਿੱਚ ਦਾਖਲ ਹੁੰਦਿਆਂ ਐਡਵਾਂਸ ਪੋਲਿੰਗ ਸਾਰੇ ਰਿਕਾਰਡ ਤੋੜ ਰਹੀ ਹੈ। ਜੀ ਹਾਂ, ਇੱਥੇ ਆਪਾਂ ਗੱਲ ਕਰਾਂਗੇ ਐਡਵਾਂਸ ਪੋਲਿੰਗ ਦੀ। ਇੱਕ ਪਾਸੇ ਜਿੱਥੇ ਦੋਨੋਂ ਪਾਰਟੀਆਂ ਦੇ ਨੇਤਾ ਜੋ ਨੇ ਲਗਾਤਾਰ ਆਪਣੀ ਚੋਣ ਪ੍ਰਚਾਰ ਕਰ ਰਹੇ ਨੇ, ਦੂਸਰੇ ਪਾਸੇ ਐਡਵਾਂਸ ਪੋਲਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਐਡਵਾਂਸ ਪੋਲਿੰਗ ਦੇ ਵਿੱਚ ਹੈਰਾਨ ਕਰਨ ਵਾਲਾ ਅੰਕੜਾ ਵੀ ਸਾਹਮਣੇ ਆਇਆ ਹੈ ਜਿਸ ਦੀ ਗਿਣਤੀ ਲੱਖਾਂ ਤੋਂ ਵੀ ਜ਼ਿਆਦਾ ਹੈ ਔਰ ਐਡਵਾਂਸ ਪੋਲਿੰਗ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਦਿਲਚਸਪੀ ਦਿਖਾਈ ਹੈ ਅਤੇ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਹੁੰਦਾ ਹੈ ਕਿ ਕੈਨੇਡੀਅਨਸ ਜੋ ਨੇ ਬਹੁਤ ਜ਼ਿਆਦਾ ਇੰਟਰਸਟਿਡ ਨੇ ਵੋਟਿੰਗ ਦੇ ਵਿੱਚ। ਇਲੈਕਸ਼ਨਸ ਕੈਨੇਡਾ ਦਾ ਇਹ ਕਹਿਣਾ ਹੈ ਕਿ ਇਕੱਲੇ ਸ਼ੁੱਕਰਵਾਰ ਨੂੰ ਹੀ 20 ਲੱਖ ਕੈਨੇਡੀਅਨਸ ਨੇ ਵੋਟ ਪਾਈ ਅਤੇ ਐਡਵਾਂਸ ਪੋਲਿੰਗ ਮੁਕੰਮਲ ਹੋਣ ਤੱਕ ਆਂਕੜਾ 80 ਲੱਖ ਤੋਂ ਟੱਪ ਸਕਦਾ ਹੈ। ਉਧਰ ਚੋਣ ਸਰਵੇਖਣਾਂ ਦੇ ਵਿੱਚ ਵੱਖੋ ਵੱਖਰੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। 338 ਦੇ ਤਾਜ਼ਾ ਸਰਵੇਖਣ ਵਿੱਚ ਲਿਬਰਲ ਪਾਰਟੀ ਨੂੰ ਮਿਲਣ ਵਾਲੀਆਂ ਸੰਭਾਵਤ ਸੀਟਾਂ ਦੀ ਗਿਣਤੀ ਘਟ ਕੇ 188 ਰਹਿ ਗਈਆਂ ਨੇ, ਜਦਕਿ ਕੰਜ਼ਰਵੇਟਿਵ ਪਾਰਟੀ ਦੀ ਜੇ ਮੈਂ ਗੱਲ ਕਰਾਂ ਤੇ ਕੰਜ਼ਰਵੇਟਿਵ ਪਾਰਟੀ ਨੂੰ ਮਿਲਣ ਵਾਲੀਆਂ ਸੰਭਾਵਤ ਸੀਟਾਂ ਦੀ ਗਿਣਤੀ ਵੱਧ ਕੇ 125 ਹੋ ਚੁੱਕੀਆਂ ਨੇ। ਸੋ ਨੈਨੋਜ਼ ਦੇ ਸਰਵੇਖਣ ਵਿੱਚ 43% ਲੋਕ ਲਿਬਰਲ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਨੇ, ਜਦਕਿ 37% ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਇਹਦਾ ਜੀ ਚੋਣਾਂ ਵਾਲੇ ਦਿਨ ਪਤਾ ਚੱਲੇਗਾ ਕਿ ਦੋਨਾਂ ਪਾਰਟੀਆਂ ਦੇ ਵਿੱਚੋਂ ਕਿਹੜੀ ਪਾਰਟੀ ਲੋਕਾਂ ਨੂੰ ਜ਼ਿਆਦਾ ਪਸੰਦ ਆਈ ਹੈ। ਫਿਲਹਾਲ ਇਹ ਕੁਝ ਸਰਵੇਖਣ ਸਾਹਮਣੇ ਆ ਰਹੇ ਨੇ ਜਿਸ ਵਿੱਚ ਇਹ ਆંકੜਾ ਸਾਹਮਣੇ ਆਇਆ ਕਿ 37% ਕੰਜ਼ਰਵੇਟਿਵ ਪਾਰਟੀ ਨੂੰ ਲੋਕ ਆਪਣੀ ਪਹਿਲੀ ਪਸੰਦ ਦੱਸ ਰਹੇ ਨੇ। ਦੂਸਰੇ ਪਾਸੇ ਮੇਨ ਸਟਰੀਟ ਰਿਸਰਚ ਦੇ ਸਰਵੇਖਣ ਵਿੱਚ ਕਿਹਾ ਗਿਆ ਕਿ ਜੇ ਅੱਜ ਵੋਟਾਂ ਪੈ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਨੂੰ 43% ਵੋਟਾਂ ਮਿਲ ਸਕਦੀਆਂ ਹਨ ਅਤੇ ਲਿਬਰਲ ਪਾਰਟੀ ਨੂੰ 39% ਵੋਟਾਂ ਮਿਲ ਸਕਦੀਆਂ ਨੇ। ਸੋ ਯਾਨੀ ਕਿ ਅਗਰ ਅੱਜ ਵੋਟਾਂ ਦਾ ਸਿਲਸਿਲਾ ਜੋ ਐਡਵਾਂਸ ਪੋਲਿੰਗ ਦਾ ਸਿਲਸਿਲਾ ਖਤਮ ਹੋ ਜਾਂਦਾ ਤਾਂ ਕਰਕੇ ਸੋ 43% ਵੋਟਾਂ ਜੋ ਨੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੇ ਨੇ। ਇਸ ਤੋਂ ਇਲਾਵਾ 39% ਵੋਟਾਂ ਜੋ ਨੇ ਲਿਬਰਲ ਪਾਰਟੀ ਦੇ ਹਾਸਲ ਕਰ ਸਕਦੇ, ਦੂਜੇ ਸਥਾਨ ਤੇ ਉਹ ਰਹਿ ਸਕਦੀ ਹੈ। ਇਧਰ ਹੀ ਮੇਨ ਸਟਰੀਟ ਦੇ ਸਰਵੇਖਣ ਦੇ ਮੁਤਾਬਕ 34% ਲੋਕ ਜੋ ਨੇ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਵਰੇ ਨੂੰ ਆਪਣਾ ਆਗੂ ਦੇਖਣਾ ਚਾਹੁੰਦੇ ਨੇ, ਜਦਕਿ ਲਿਬਰਲ ਆਗੂ ਮਾਰਕ ਕਾਰਨੀ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 28% ਦਰਜ ਕੀਤੀ ਗਈ ਹੈ। ਐਤਵਾਰ ਨੂੰ ਵੀ ਸਿਆਸੀ ਆਗੂਆਂ ਨੇ ਚੋਣ ਪ੍ਰਚਾਰ ਕਰਨ ਅਤੇ ਵੋਟਰਾਂ ਦੀ ਨਬਜ਼ ਟੋਨ ਦਾ ਸਿਲਸਿਲਾ ਜਾਰੀ ਰੱਖਿਆ। ਲਿਬਰਲ ਆਗੂ ਮਾਰਕ ਕਾਰਨੀ ਨੇ ਓਟਵਾ ਇਲਾਕੇ ਵਿੱਚ
अपना चोण प्रचार किया, जबकि पीरे पोलीवरे ਅਤੇ जगमीत सिंह ने वीकेंड दौरान BC ਵਿੱਚ अपना प्रचार किया। इस तो इलावा ਭਾਵੇਂ ਇਸ ਵਾਰ ਚੋਣ ਪ੍ਰਚਾਰ ਦੌਰਾਨ ਭਖਦਾ ਮੁੱਦਾ ਨਾ ਬਣ ਸਕਿਆ, ਪਰ ਵਿਰੋਧੀ ਧਿਰ ਦੇ ਭਾਸ਼ਣਾਂ ਦਾ ਹਿੱਸਾ ਜ਼ਰੂਰ ਰਿਹਾ ਹੈ। ਪੀਰੇ ਪੋਲੀਵਰ ਨੇ ਮਾਂ ਕਾਰਨੀ ਨੂੰ ਕਰੜੇ ਹੱਥੀ ਲੈਂਦਿਆਂ ਮੁਲਕ ਵਿੱਚ ਮਹਿੰਗਾਈ ਵਾਸਤੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਹੈਂਡਗਨਸ ਬਾਰੇ ਸਵਾਲ ਪੁੱਛਿਆ ਤਾਂ ਟੋਰੀ ਆਗੂ ਨੇ ਸਿੱਧੇ ਤੌਰ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੋਲੀਵਰ ਨੂੰ ਪੁੱਛਿਆ ਗਿਆ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਹੈਂਡਗਨਸ ਖਰੀਦਣ ਅਤੇ ਵੇਚਣ ਉੱਤੇ 2022 ਤੋਂ ਲਾਗੂ ਪਾਬੰਦੀ ਬਰਕਰਾਰ ਰਹੇਗੀ ਜਾਂ ਨਹੀਂ। ਇਸ ਦੌਰਾਨ ਨੈਪੀਅਨ ਵਿਖੇ ਪ੍ਰਚਾਰ ਕਰ ਰਹੇ ਮਾਂ ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਪੈਦਾ ਹੋ ਰਹੇ ਖਤਰਿਆਂ ਨਾਲ ਤਕੜੇ ਹੋ ਕੇ ਨਜਿੱਠਾਂਗੇ। ਮਾਂ ਕਾਰਨੀ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਵਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕੋ ਤਸਵੀਰ ਦੇ ਦੋ ਪਾਸੇ ਦੱਸਣ ਦਾ ਯਤਨ ਵੀ ਕੀਤਾ ਗਿਆ ਕਿ ਦੋਨਾਂ ਦੀਆਂ ਸੋਚ ਇੱਕੋ ਜਿਹੀ ਹੈ ਅਤੇ ਕੈਨੇਡੀਅਨਸ ਨੂੰ ਭਰੋਸਾ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਟਰੰਪ ਪ੍ਰਸ਼ਾਸਨ ਦੇ ਹੁੰਦੇ ਹੋਏ ਅਮਰੀਕਨਸ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਅਤੇ ਉਹਨਾਂ ਦੇ ਜੋ ਟੈਰਿਫ ਵਾਰ ਹੈ, ਯਾਨੀ ਕਿ ਜੋ ਉਹਨਾਂ ਨੇ ਟੈਰਿਫ ਲਗਾਇਆ, ਇਸ ਕਰਕੇ ਬਹੁਤ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਦੇ ਬਹੁਤ ਵੱਡਾ ਅਸਰ ਪਿਆ ਹੈ। ਫਿਲਹਾਲ ਕੈਨੇਡਾ ਦੇ ਵਿੱਚ ਚੋਣਾਂ ਜਿਹੜੀਆਂ ਨੇ 28 ਤਰੀਕ ਨੂੰ ਹੋਣ ਜਾ ਰਹੀਆਂ ਨੇ। ਇਸ 28 ਤਰੀਕ ਦੇ ਸਮੇਂ ਪਤਾ ਚੱਲ ਜਾਏਗਾ ਕਿ ਕਿਹੜੀ ਪਾਰਟੀ ਨੇ ਲੋਕਾਂ ਦਾ ਦਿਲ ਜਿੱਤਿਆ ਹੈ ਤੇ ਕੌਣ ਲੋਕਾਂ ਦੇ ਦਿਲਾਂ ਤੇ ਰਾਜ ਕਰੇਗਾ ਅਤੇ ਕਿਹੜੀ ਪਾਰਟੀ ਕੈਨੇਡਾ ਦੇ ਵਿੱਚ ਆਪਣੀ ਸੱਤਾ ਸੰਭਾਲੇਗੀ। ਅਮਰੀਕਾ ਵਿੱਚ ਵਿਦਿਆਰਥੀਆਂ ਦੇ ਉੱਤੇ ਸੰਕਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਨੇ ਸਾਫ਼ ਤੌਰ ਤੇ ਐਲਾਨ ਕੀਤਾ ਹੈ ਕਿ ਅਗਰ ਕੋਈ ਵੀ ਵਿਦਿਆਰਥੀ ਕੋਈ ਵੀ ਪ੍ਰਦਰਸ਼ਨ ਕਰਦਾ ਯੂਨੀਵਰਸਿਟੀ ਦੇ ਵਿੱਚ ਜਾਂ ਫਿਰ ਕਿਸੇ ਐਸੀ ਗਤੀਵਿਧੀ ਵਿੱਚ ਸ਼ਾਮਲ ਹੁੰਦਾ ਹੈ ਜੋ ਅੱਤਵਾਦੀ ਸੰਗਠਨ ਨਾਲ ਜੁੜੀ ਹੋਈ ਹੋਏਗੀ ਜਾਂ ਫਿਰ ਕੋਈ ਐਸੀ ਐਕਟੀਵਿਟੀ ਜੋ ਅਮਰੀਕਾ ਦੇ ਵਿਰੋਧ ਵਿੱਚ ਹੋਏਗੀ, ਉਸ ਦਾ ਅਸਰ ਯੂਨੀਵਰਸਿਟੀ ਤੇ ਵੀ ਪਏਗਾ ਤੇ ਵਿਦਿਆਰਥੀ ਤੇ ਵੀ ਪਏਗਾ। ਇਹਨਾਂ ਵਿਦਿਆਰਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਇਹਨਾਂ ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕੀਤੀ ਜਾ ਰਹੀ ਹੈ। ਈਵਨ ਕਿ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਫਰੋਲੇ ਜਾ ਰਹੇ ਨੇ ताकि सोशल मीडिया अकाउंट के जरिए ये पता लगाया जा सके कि विद्यार्थी किस चीज़ नाल संबंध रखते हैं या फिर विद्यार्थियों को किन्ना चीज़ों से इंटरस्ट है। किते विद्यार्थी किसी संगठन के नाल मिल के अमेरिका नूं नुकसान पहुँचाने की कोशिश तो नहीं कर रहे। सो ऐसे लोगों को अमेरिका दे विच रहने की बिल्कुल आग्या नहीं है, ऐसा अमरीकी सरकार का कहना है। सो अमरीकी सरकार इन्हां लोगों को ही लभ रही है, इन्हां दी भाल कर रही है तो इस तो बाद इन्हां नूं देश निकाला देने की तैयारी भी कर रही है। इसी करके बहुत सारे विद्यार्थियों को ईमेल्स मिलिया सी जिस विच उन्हां नूं साफ तौर ते कहा गया सी कि साडा देश छड़ के चले जाओ। बहुत सारे विद्यार्थियों को कोई खास रीजन नहीं दस्या गया, विदाउट एनी रीजन ये नोटिस मिलिया है और इस नोटिस पीरियड दे विच उन्हां नूं देश छड़ के जाण दे कहा गया है। इवन कि सेल्फ डिपोर्ट की ऑप्शन भी उन्हां वल्लों दित्ती गई है। उधर यूनीवर्सिटियां की मैं गल कर ला, यूनीवर्सिटियां नूं भी खास हिदायत अमरीकी सरकार वालों जारी की गई सी। अमरीकी सरकार ऐसा कोई मौका नहीं छड्डना चाहती जिस नाल अमेरिका की सुरक्षा नूं किसी तरीके नाल भी नुकसान पहुंच सके या अमेरिका विच कोई भी ऐसा व्यक्ति मौजूद रहे जो अमेरिका के खिलाफ है या फिर अमेरिका के हक विच आवाज़ नहीं चुकता या किसी ऐसी गतिविधियां विच शामिल हुंदा है जो अतवाद नाल जुड़ियां हुंदियां ने। सो अमेरिका दे विच इन्हां सारियां चीज़ां नूं खत्म करन वास्ते ही इन्हां लोकां दे उत्ते मुकदमा चलाया जा रहा है अते बिना किसी झंझट दे या बिना किसी झिझक दे हर एक दी चंगी तरीके नाल जांच पड़ताल की जा रही है। वीज़ा अपलाई करन वालियां दी भी चंगी तरीके नाल जांच पड़ताल की जा रही है। इवन कि उन्हां दे सोशल मीडिया अकाउंट्स भी फरोले जा रहे हैं। इसे करके ही विद्यार्थियों नूं एक खास अपील की गई सी कि ऐसी किसी भी गतिविधि में शामिल ना होण अगर वो अमेरिका दे विच अपनी स्टडी नूं अगे कंटिन्यू करना चाहुंदे ने, क्योंकि बहुत सारे विद्यार्थी ऐसे ने जो इस वेले फस चुके हैं जिन्होंने ईमेल्स मिलिया ने और उन्होंने हुण कोई राह नज़र नहीं आ रहा है। इस करके अदालत का दरवाज़ा उन्होंने वालों खटकाया गया है, पर हले उत्थे भी सुनवाई कुछ समा लग सकता है। उन्हीं देर नूं उन्हां विद्यार्थियों की डिग्री का समा हो सकता है, अगले समैस्टर का समा भी हो सकता है और पढ़ाई नूं बहुत वड्डा नुकसान हो सकता है। एक विद्यार्थी का कहना है कि उसने करोड़ों रुपए खर्च के अमेरिका विच दाखला लिया, यानी कि अमेरिका की पढ़ाई के उत्ते उसने करोड़ों रुपए खर्च कर दिते ने, पर अज उसनूं रिजल्ट की मिलता पिया है कि उसनूं वीज़ा रद्द कर दिता गया है उसका और उसनूं देश छड़ के जाने किया गया है। ये कितों तक सही है? किते ना किते ये सब चीज़ां विद्यार्थियों की स्टडी के उत्ते बहुत वड्डा प्रभाव ही पा रही ने। यूनीवर्सिटियां नूं भी खास हिदायत की गई सी कि अपने कॉलेजेस विच ऐसे प्रदर्शन नहीं होने देने चाहिए, इसनूं रोकिया जाना चाहिए है। और बहुत सारिया इस तो इलावा होर भी हिदायतां जारी कीतियां सी, पर इसके बावजूद भी शायद कुछ यूनीवर्सिटियां ने ऐसा नहीं किया
ਜਾਂ ਫਿਰ ਉਹ ਪਾਲਣਾ ਨਹੀਂ ਕਰ ਪਾਈ, ਜਿਸ ਕਰਕੇ ਫਿਰ ਅਮਰੀਕੀ ਸਰਕਾਰ ਨੇ ਯੂਨੀਵਰਸਿਟੀਆਂ ਦੇ ਫੰਡ ਰੋਕ ਦਿੱਤੇ ਹੈ। ਇਸ ਫੰਡ ਰੋਕਣ ਤੋਂ ਬਾਅਦ ਇਹ ਮੁੱਦਾ ਇੱਥੇ ਖਤਮ ਨਹੀਂ ਹੋਇਆ। ਯੂਨੀਵਰਸਿਟੀਆਂ ਵੱਲੋਂ ਵੀ ਹੁਣ ਸਖਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀਆਂ ਦਾ ਕਹਿਣਾ ਹੈ ਇਹ ਬਹੁਤ ਹੀ ਗੈਰ ਕਾਨੂੰਨੀ ਹੈ ਜਾਂ ਫਿਰ ਜਾਇਜ਼ ਨਹੀਂ ਹੈ, ਬਹੁਤ ਹੀ ਗਲਤ ਹੈ ਔਰ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ। ਇਹ ਯੂਨੀਵਰਸਿਟੀਆਂ ਦੀ ਆਜ਼ਾਦੀ ਨੂੰ ਖੋਹਣ ਦਾ ਇੱਕ ਤਰੀਕਾ ਹੈ। ਅਮਰੀਕੀ ਸਰਕਾਰ ਹਮੇਸ਼ਾ ਉਹੀ ਕਰਦੀ ਹੈ ਜੋ ਕਹਿੰਦੀ ਹੈ, ਯਾਨੀ ਕਿ ਡੋਨਾਲਡ ਟਰੰਪ ਦਾ ਜੋ ਵੀ ਆਦੇਸ਼ ਹੁੰਦਾ ਹੈ, ਡੋਨਾਲਡ ਟਰੰਪ ਜੋ ਫੈਸਲਾ ਲੈਂਦੇ ਨੇ ਉਸ ਨੂੰ ਕਰਕੇ ਦਿਖਾਉਂਦੇ ਨੇ। ਉਸ ਫੈਸਲੇ ਨੂੰ ਲੈਣ ਤੋਂ ਬਾਅਦ ਉਸ ਨੂੰ ਤੁਰੰਤ ਵਿਚਾਰੀ ਵੀ ਕਰ ਦਿੰਦੇ ਨੇ, ਉਸ ਦਾ ਆਦੇਸ਼ ਜਾਰੀ ਕਰ ਦਿੰਦੇ ਨੇ, ਜਿਸ ਤੋਂ ਬਾਅਦ ਅਧਿਕਾਰੀ ਜਿਹੜੇ ਨੇ ਇਹਨਾਂ ਕੰਮਾਂ ਵਿੱਚ ਲੱਗ ਜਾਂਦੇ ਨੇ। ਅਮਰੀਕਾ ਸਰਕਾਰ ਵੱਲੋਂ ਜਦੋਂ ਹਾਰਵਰਡ ਯੂਨੀਵਰਸਿਟੀ ਦੀ ਫੰਡਿੰਗ ਰੋਕੀ ਗਈ, ਉਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਸੀਗਾ ਕਿ ਪ੍ਰਸ਼ਾਸਨ ਜਿਹੜਾ ਹੈ ਥੋੜਾ ਜਿਹਾ ਢਿੱਲਾ ਹੋ ਚੁੱਕਿਆ ਅਤੇ ਉਸ ਨੇ ਆਪਣਾ ਯੂ ਟਰਨ ਲੈ ਲਿਆ। ਯੂ ਟਰਨ ਲੈਂਦੇ ਉਸਨੇ ਇਹ ਕਿਹਾ ਕਿ ਨੋਟਿਸ ਯੂਨੀਵਰਸਿਟੀ ਲਈ ਨਹੀਂ ਸੀਗਾ ਬਲਕਿ ਕਿਸੇ ਹੋਰ ਲਈ ਸੀਗਾ ਇਹ ਸਭ ਕੁਝ। ਔਰ ਇਸ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਇਸ ਉੱਤੇ ਮੁੜ ਵਿਚਾਰ ਕੀਤਾ ਜਾਏਗਾ ਤੇ ਦੁਬਾਰਾ ਅਗਰ ਐਸੀ ਚੀਜ਼ ਹੋਏਗੀ ਤਾਂ ਨੋਟਿਸ ਕੀਤਾ ਜਾਏਗਾ। ਪਰ ਹੁਣ ਹਾਰਵਰਡ ਯੂਨੀਵਰਸਿਟੀ ਨੇ ਆਪਣੀ ਸਖਤੀ ਦਿਖਾਈ ਹੈ ਤੇ ਹੁਣ ਯੂਨੀਵਰਸਿਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਤੇ $2.2 ਬਿਲੀਅਨ ਤੋਂ ਵੱਧ ਦੀ ਫੰਡਿੰਗ ਰੋਕਣ ਦੀਆਂ ਵਾਰ-ਵਾਰ ਧਮਕੀਆਂ ਦੇਣ ਤੇ ਮੁਕੱਦਮਾ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਦੋਸ਼ ਲਗਾਇਆ ਹੈ ਕਿ ਟਰੰਪ ਪ੍ਰਸ਼ਾਸਨ ਯੂਨੀਵਰਸਿਟੀ ਤੇ ਰਾਜਨੀਤਿਕ ਦਬਾਅ ਬਣੇ ਵਿਦਿਅਕ ਕੰਮਕਾਜ ਤੇ ਕੰਟਰੋਲ ਕਰਨਾ ਚਾਹੁੰਦੀ ਹੈ। ਹਾਰਵਰਡ ਯੂਨੀਵਰਸਿਟੀ ਨੇ ਇਸ ਨੂੰ ਯੂਨੀਵਰਸਿਟੀ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਵੀ ਲਾਇਆ। ਯੂਨੀਵਰਸਿਟੀ ਦੇ ਪ੍ਰਧਾਨ ਨੇ ਟਰੰਪ ਪ੍ਰਸ਼ਾਸਨ ਤੇ ਬੇਮਿਸਾਲ ਅਤੇ ਨਾਜਾਇਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਇਹ ਕਿਹਾ ਕਿ ਸਰਕਾਰ ਦੀ ਕਾਰਵਾਈ ਦੇ ਗੰਭੀਰ ਅਤੇ ਵੱਡੇ ਨਤੀਜੇ ਹੋਣਗੇ। ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਅਕਤੂਬਰ 2023 ਤੱਕ ਕੈਂਪਸ ਵਿੱਚ ਯਹੂਦੀ ਵਿਰੋਧੀ ਅਤੇ ਮੁਸਲਿਮ ਵਿਰੋਧੀ ਪੱਖਪਾਤ ਬਾਰੇ ਸਾਰੀਆਂ ਯੂਨੀਵਰਸਿਟੀ ਰਿਪੋਰਟਾਂ ਤੱਕ ਪਹੁੰਚ ਦੀ ਮੰਗ ਕੀਤੀ ਸੀ। ਇਹ ਦਾਅਵਾ ਕਰਦੇ ਹੋਏ ਕਿ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਯਹੂਦੀ ਵਿਰੋਧੀ ਭਾਸ਼ਾ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਵਧਣ ਦਿੱਤਾ, ਜਿਸ ਕਰਕੇ ਅੱਜ ਇਹ ਟਾਈਮ ਆਇਆ ਹੈ ਕਿ ਇਹ ਲੋਕ ਜੋ ਨੇ ਬਿਨਾਂ ਕਿਸੇ ਡਰ ਤੋਂ ਹਰ ਪਾਸੇ ਮੁਜ਼ਾਹਰੇ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ। ਉਧਰ ਹੀ ਨਿਊਯਾਰਕ ਟਾਈਮਸ ਦੀ ਗੱਲ ਕਰਾਂ ਤੇ ਇਸ ਦੀ ਰਿਪੋਰਟ ਮੁਤਾਬਕ ਗਾਰਬਰ ਯਾਨੀ ਕਿ ਹਾਰਵਰਡ ਯੂਨੀਵਰਸਿਟੀ ਦੇ ਪ੍ਰਧਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਹੂਦੀ ਅਤੇ ਇੱਕ ਅਮਰੀਕੀ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਵੱਧ ਰਹੇ ਯਹੂਦੀ ਵਿਰੋਧੀਵਾਦ ਬਾਰੇ ਜਾਇਜ਼ ਚਿੰਤਾਵਾਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅਸੀਂ ਕਿਸ ਨੂੰ ਨੌਕਰੀ ਦਿੰਦੇ ਹਾਂ ਅਤੇ ਕੀ ਸਿਖਾਉਂਦੇ ਹਾਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਯੂਨੀਵਰਸਿਟੀ ਨਾਲ ਕਾਨੂੰਨੀ ਤੌਰ ਤੇ ਜੁੜਨ ਦੀ ਲੋੜ ਹੈ। ਮੈਸੇਚਿਉਸੇਟਸ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤੇ ਗਏ ਇਸ ਮੁਕੱਦਮੇ ਵਿੱਚ ਸਰਕਾਰ ਤੇ ਹਾਰਵਰਡ ਯੂਨੀਵਰਸਿਟੀ ਯਾਨੀ ਕਿ ਹਾਰਵਰਡ ਵਿਖੇ ਅਕੈਡਮਿਕ ਫੈਸਲੇ ਲੈਣ ਤੇ ਕੰਟਰੋਲ ਹਾਸਲ ਕਰਨ ਲਈ ਲਾਭ ਚੁੱਕਣ ਵਜੋਂ ਇੱਕ ਵਿਆਪਕ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਧਰ ਇੱਕ ਰਿਪੋਰਟ ਅਨੁਸਾਰ ਇਸ ਵਿੱਚ ਹੋਰ ਵੱਡੀਆਂ ਯੂਨੀਵਰਸਿਟੀਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਅਚਾਨਕ ਫੰਡਿੰਗ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪਿਆ। ਯਾਨੀ ਕਿ ਸਿਰਫ ਹਾਰਵਰਡ ਯੂਨੀਵਰਸਿਟੀ ਇਸ ਵਿੱਚ ਸ਼ਾਮਲ ਨਹੀਂ ਹੈ, ਬਹੁਤ ਸਾਰੀਆਂ ਹੋਰ ਯੂਨੀਵਰਸਿਟੀਆਂ ਵੀ ਸ਼ਾਮਲ ਹੈ ਜਿਨ੍ਹਾਂ ਦੀ ਫੰਡਿੰਗ ਨੂੰ ਰੋਕ ਦਿੱਤਾ ਗਿਆ ਹੈ। ਇਸ ਫੰਡਿੰਗ ਦੇ ਰੁਕਣ ਦੇ ਨਾਲ ਯੂਨੀਵਰਸਿਟੀਆਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਹੈ। ਈਵਨ ਕਿ ਵਿਦਿਆਰਥੀਆਂ ਦੀ ਸਕੋਲਰਸ਼ਿਪ ਤੇ ਵੀ ਇਹਦਾ ਬਹੁਤ ਵੱਡਾ ਅਸਰ ਪਏਗਾ। ਜੋ ਸਕੋਲਰਸ਼ਿਪ ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਉਸ ਦੇ ਰੋਕ ਵੀ ਲੱਗ ਸਕਦੀ ਹੈ। ਇਸ ਕਰਕੇ ਵਿਦਿਆਰਥੀਆਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਬਹੁਤ ਵੱਡਾ ਸੰਕਟ ਹੀ ਹੈ। ਟਰੰਪ ਪ੍ਰਸ਼ਾਸਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੂਨੀਵਰਸਿਟੀ ਵਿਭਿੰਨਤਾ, ਬਰਾਬਰੀ ਅਤੇ ਸਮਾਵੇਸ਼ ਪ੍ਰੋਗਰਾਮਾਂ ਨੂੰ ਖਤਮ ਕਰਨ, ਕੈਂਪਸ ਵਿਰੋਧ ਪ੍ਰਦਰਸ਼ਨਾਂ ਵਿੱਚ ਮਸਕ ਦੇ ਹੁਕਮਾਂ ਤੇ ਪਾਬੰਦੀ ਲਗਾਉਣ, ਯੋਗਤਾ ਆਧਾਰਿਤ ਭਰਤੀ ਅਤੇ ਦਾਖਲਾ ਸੁਧਾਰਾਂ ਨੂੰ ਲਾਗੂ ਕਰਨ ਅਤੇ ਫੈਕਲਟੀ ਅਤੇ ਪ੍ਰਸ਼ਾਸਕਾਂ ਦੀ ਸ਼ਕਤੀ ਨੂੰ ਘਟਾਉਣ ਸਮੇਤ ਮੰਗਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਉਹ $2.2 ਬਿਲੀਅਨ ਤੋਂ ਵੱਧ ਦੀਆਂ ਗ੍ਰਾਂਟਾਂ ਅਤੇ ਇਕਰਾਰਨਾਮੇ ਰੋਕ ਦੇਵੇਗਾ। ਇਸ ਤੋਂ ਬਾਅਦ ਹੀ ਇਹ ਫੈਸਲਾ ਆਇਆ ਕਿ ਹਾਰਵਰਡ ਯੂਨੀਵਰਸਿਟੀ ਨੇ ਅਦਾਲਤ ਵਿੱਚ ਮੁਕੱਦਮਾ ਜਿਹੜਾ ਦਾਇਰ ਕਰ ਦਿੱਤਾ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਕਿਹਾ ਹੈ ਕਿ ਜੋ ਮੰਗਾਂ ਸਾਹਮਣੇ ਆਈਆਂ ਨੇ ਇਸ ਵਿੱਚ ਕਾਲਜ ਜੋ ਹੈ ਜਾਂ ਯੂਨੀਵਰਸਿਟੀ ਹੈ ਉਸ ਦਾ ਪੂਰਾ ਹੱਕ ਹੁੰਦਾ ਹੈ ਇਹ ਦੇਖਣ ਦਾ ਕਿ ਕਿਸ ਵਿਦਿਆਰਥੀ ਨੂੰ ਦਾਖਲਾ ਦੇਣਾ ਕਿਸ ਨੂੰ ਨਹੀਂ, ਨਾ ਕਿ ਸਰਕਾਰਾਂ ਇਸ ਵਿੱਚ ਦਖਲਅੰਦਾਜ਼ੀ ਕਰਦੀਆਂ ਨੇ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਨੂੰ ਇਹਨਾਂ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਯਾਨੀ ਕਿ ਯੂਨੀਵਰਸਿਟੀ ਦੇ ਵਿੱਚ ਕਿਸ ਵਿਦਿਆਰਥੀ ਨੂੰ ਕਿਸ ਤਰੀਕੇ ਨਾਲ ਰੱਖਣਾ ਹੈ, ਕਿਸ ਨੂੰ ਕਿਹੜੇ ਕੋਰਸ ਵਿੱਚ ਦਾਖਲਾ ਦੇਣਾ ਹੈ, ਕਿਹੜੇ ਵਿੱਚ ਨਹੀਂ ਦੇਣਾ ਹੈ, ਇਹ ਯੂਨੀਵਰਸਿਟੀ ਦੀ ਸਿਰਦਰਦੀ ਹੁੰਦੀ ਹੈ ਔਰ ਇਹ ਜ਼ਿੰਮੇਵਾਰੀ ਹੈ ਯੂਨੀਵਰਸਿਟੀ ਦੀ। ਸੋ ਯੂਨੀਵਰਸਿਟੀ ਆਪਣੇ ਇਸ ਕਦਮ ਨੂੰ ਕਿਸ ਤਰੀਕੇ ਨਾਲ ਚੁੱਕਦੀ ਹੈ ਇਹ ਯੂਨੀਵਰਸਿਟੀ ਚੰਗੇ ਤਰੀਕੇ ਨਾਲ ਜਾਣਦੀ ਹੈ, ਪਰ ਸਰਕਾਰ ਹੁਣ ਇਸ ਵਿੱਚ ਦਖਲਅੰਦਾਜ਼ੀ ਦੇ ਰਹੀ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਏਗਾ। ਇਸ ਫੰਡਿੰਗ ਦੇ ਰੁਕਣ ਦੇ ਨਾਲ ਬਹੁਤ ਵੱਡਾ ਪ੍ਰਭਾਵ ਜਿਹੜਾ ਹੈ ਯੂਨੀਵਰਸਿਟੀਆਂ ਦੇ ਉੱਤੇ ਹੁਣ ਪੈਣ ਵਾਲਾ ਹੈ। ਇਸ ਕਰਕੇ ਵਿਦਿਆਰਥੀਆਂ ਦੇ ਉੱਤੇ ਵੀ ਇਸ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੇਗਾ। ਜੋ ਵਿਦਿਆਰਥੀ ਸਕਾਲਰਸ਼ਿਪ ਦੇ ਹੱਕਦਾਰ ਹੁੰਦੇ ਨੇ
ਸ਼ਾਇਦ ਉਹਨਾਂ ਦੀ ਸਕੋਲਰਸ਼ਿਪ ਉਹਨੂੰ ਰੋਕ ਦਿੱਤੀ ਜਾਵੇ ਤੇ ਉਹਨਾਂ ਨੂੰ ਸਕੋਲਰਸ਼ਿਪ ਵੀ ਨਹੀਂ ਮਿਲੇ। ਸੋ ਇਹ ਸੀ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਦੇ ਵਿੱਚ ਕੁਝ ਖਾਸ ਅਪਡੇਟਸ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ, ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਨਾਲ। ਹੋਰ ਅਪਡੇਟਸ ਲੈ ਕੇ ਮੈਂ ਸੁਰਭੀ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਨੇ ਰਹੋ ਜੀ ਸਾਡੇ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ। ਮੈਨੂੰ ਦੋ ਜੀ ਆ ਗਿਆ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।